श्री वाहेगुरु साहिब जी। बिन सतगुर सेवे बहुता दुख लागा। जुग चारे परमाई हम दीन तुम जुग जुग दाते। सब दे देह बुझाई। मित्र करने रे कर थकी। मेरा दुख काटे कोई। मिल प्रीतम दुख कटिया। सहज मिलावा होय। सतनाम श्री वाहिगुरु साहिब जी। फरीदा मैं जानिया दुख मुझको। दुख सवाए जग। ऊंचे चढ़ के देखिया। ता कर कर एहा अग। महला पंजवा। फरीदा भूम रंगावली। मंज विसूला बाग। जो जन पीर निवाजिया। तिना अंच ना लाग। महला पंजवा। फरीदा उमर सुहावड़ी। संग सुवंदड़ी देह। विरले कई पाईयन। जिन्ह प्यारे नेह। विरले कई पाईयन। जिन्ह प्यारे नेह। वाहिगुरु जी का खालसा वाहिगुरु जी की फतेह। जुग हूँ जुग अटल। शब्द गुरु वाणी के बोहित। पतित पावन कृपा निधान जुगत गुरु। धन धन साहिब श्री गुरु ग्रंथ साहब महाराज जी दी पावन पवित्र हजूरी दे अंदर सुभाईमान होए बैठे सतसंगी जनों अते स्थान ते जो प्रोग्राम चल रहे हैं
ਸੰਗਤਾਂ ਤੱਕ ਪਹੁੰਚਾਉਣ ਦਾ ਇਸ ਸਥਾਨ 'ਤੇ ਨਿਵਾਣਾ ਜਿਹਾ ਇਹ ਉੱਦਮ ਕੀਤਾ ਜਾਂਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ ਵਿਚਾਰ ਸਾਰੀ ਮਾਨਵਤਾ ਤੱਕ ਪਹੁੰਚਾਈ ਜਾ ਸਕੇ ਅਤੇ ਜਿਹੜੇ ਜਿਗਿਆਸੂ ਸੱਜਣ ਨੇ ਉਹ ਇਸ ਵਿਚਾਰ ਰਾਹੀਂ ਲਾਭ ਪ੍ਰਾਪਤ ਕਰਨ। ਸੋ ਵਡਭਾਗੀ ਨੇ ਸਾਰੇ ਜੀਵ ਜਿਨ੍ਹਾਂ ਨੂੰ ਕਿਸੇ ਵੀ ਰੂਪ ਦੇ ਵਿੱਚ ਗੁਰੂ ਘਰ ਦੇ ਨਾਲ ਜੁੜਨ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਬਾਬਾ ਫਰੀਦ ਜੀ ਦੇ ਸਲੋਕਾਂ ਦੀ ਪਾਵਨ ਵਿਚਾਰ ਚੱਲ ਰਹੀ ਹੈ। ਹੁਣ ਤੱਕ 80 ਸਲੋਕ ਆਪ ਜੀਆਂ ਨੇ ਸਰਵਣ ਕੀਤੇ ਹਨ। ਅੱਜ 81 ਨੰਬਰ ਸਲੋਕ ਤੋਂ ਅੱਗੇ ਵਿਚਾਰ ਕਰਨੀ ਹੈ। ਪਿਛਲੇ ਸਲੋਕਾਂ ਦੇ ਵਿੱਚ ਬਾਰ-ਬਾਰ ਮਨੁੱਖ ਨੂੰ ਜਗਤ ਦੇ ਵਿੱਚ ਜੋ ਟੋਹੇ ਟਿੱਬੇ ਹਨ, ਜਗਤ ਵਿੱਚ ਜੋ ਦੁੱਖ ਪ੍ਰਬਲ ਹੈ, ਇਹਨਾਂ ਦੇ ਕਾਰਨ ਦੱਸੇ ਗਏ ਹਨ ਕਿ ਜਗਤ ਵਿੱਚ ਦੁੱਖ ਕਿਉਂ ਵਾਪਰ ਰਿਹਾ ਹੈ। ਪਰ ਇਸ ਗੱਲ ਦੀ ਜਿਹੜੀ ਸਮਝ ਹੈ ਉਹਨਾਂ ਮਨੁੱਖਾਂ ਨੂੰ ਪੈਂਦੀ ਹੈ ਜਿਹੜੇ ਮਨੁੱਖ ਇਹਨਾਂ ਟੋਹੇ ਟਿੱਬਿਆਂ ਤੋਂ ਉਚੇਚੇ ਹੋ ਜਾਂਦੇ ਨੇ, ਉਚੇਰੇ ਹੋ ਜਾਂਦੇ ਨੇ, ਉੱਪਰ ਉੱਠ ਜਾਂਦੇ ਨੇ, ਉਹਨਾਂ ਨੂੰ ਇਸ ਗੱਲ ਦੀ ਸਮਝ ਪੈਂਦੀ ਹੈ। ਅੱਜ ਬਾਬਾ ਫਰੀਦ ਜੀ ਨੇ ਜੋ ਵਿਚਾਰ ਦੇ ਅਧੀਨ ਸਾਨੂੰ ਸਮਝਾਇਆ ਔਰ ਆਖਿਆ ਕਿ ਸੰਸਾਰ ਦੇ ਵਿੱਚ ਮੈਂ ਸੋਚਿਆ ਸੀ ਕਿ ਕੇਵਲ ਮੈਂ ਹੀ ਦੁਖੀ ਹਾਂ, ਪਰ ਜਦੋਂ ਮੈਂ ਗਿਆਨ ਦੇ ਟਿੱਬੇ ਤੇ ਚੜ੍ਹਿਆ, ਉੱਚਾ ਹੋਇਆ, ਮੈਨੂੰ ਸੋਝੀ ਆਈ, ਫਿਰ ਪਤਾ ਚੱਲਿਆ ਸੰਸਾਰ ਦੇ ਵਿੱਚ ਹਰ ਇੱਕ ਮਨੁੱਖ ਜਿਹੜਾ ਹੈ ਉਸਨੂੰ ਕੋਈ ਨਾ ਕੋਈ ਦੁੱਖ ਚਿਮੜਿਆ ਹੋਇਆ ਹੈ। ਸੋ ਆਓ ਇਹਨਾਂ ਵਚਨਾਂ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਨੀ ਹੈ। ਸਾਰਿਆਂ ਨੇ ਮਨੋਬਿਰਤੀਆਂ ਇਕਾਗਰ ਕਰਨੀਆਂ। ਇੱਕ ਸਲੋਕ ਬਾਬਾ ਫਰੀਦ ਜੀ ਦਾ, ਇਸ ਦੇ ਨਾਲ 2 ਸਲੋਕ ਧੰਨ ਗੁਰੂ ਅਰਜਨ ਦੇਵ ਜੀ ਪਿਤਾ ਮਹਾਰਾਜ ਉਹਨਾਂ ਦੀ ਰਚਨਾ ਤੋਂ ਉਚਾਰਨ ਕੀਤੇ ਹੋਏ ਨੇ ਤੇ ਬਾਬਾ ਫਰੀਦ ਜੀ ਨੂੰ ਹੀ ਗੁਰੂ ਅਰਜਨ ਦੇਵ ਜੀ ਪਿਤਾ ਮਹਾਰਾਜ ਨੇ ਸੰਬੋਧਨ ਕੀਤਾ ਹੈ। ਆਓ ਉਹਨਾਂ ਦੀ ਅਮਰ ਜੋਤ ਨੂੰ, ਉਹਨਾਂ ਦੀ ਰੂਹਾਨੀ ਜੋਤ ਜਿਸ ਵਿੱਚੋਂ ਵਿਚਾਰ ਨਿਕਲੀ, ਉਸ ਜੋਤ ਨੂੰ ਜੋ ਉਹਨਾਂ ਨੇ ਫਰੀਦ ਕਰਕੇ ਆਪਣੀ ਜੋਤ ਦਾ ਨਾਮ ਵਰਤਿਆ, ਉਸ ਨੂੰ ਹੀ ਗੁਰੂ ਸਾਹਿਬ ਜੀ ਨੇ ਸੰਬੋਧਨ ਕੀਤਾ। ਇਸ ਕਰਕੇ ਇੱਥੇ ਨਾਨਕ ਪਦਾ ਗੁਰੂ ਅਰਜਨ ਦੇਵ ਜੀ ਪਿਤਾ ਮਹਾਰਾਜ ਨੇ ਨਹੀਂ ਵਰਤਿਆ। ਸੋ ਆਓ ਇਹਨਾਂ ਵਚਨਾਂ ਨੂੰ ਵਿਚਾਰਾਂਗੇ। ਪਿਆਰ ਨਾਲ ਇੱਕ ਵਾਰੀ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਿਨਾਮ ਸ੍ਰੀ ਵਾਹਿਗੁਰੂ। ਸੰਸਾਰ ਦੇ ਵਿੱਚ ਦੋ ਚੀਜ਼ਾਂ ਮਨੁੱਖ ਦੇ ਸਾਹਮਣੇ ਨੇ, ਇੱਕ ਦੁੱਖ ਅਤੇ ਦੂਜਾ ਸੁੱਖ। ਪੂਰੀ ਕਾਇਨਾਤ ਦੇ ਵਿੱਚ ਹਰ ਇੱਕ ਮਨੁੱਖ
ਦੁੱਖ ਤੋਂ ਬਚਣ ਦੇ ਉਪਰਾਲੇ ਕਰ ਰਿਹਾ ਹੈ ਔਰ ਸੁਖ ਪ੍ਰਾਪਤੀ ਦੇ ਸਾਧਨ ਜੁਟਾ ਰਿਹਾ ਹੈ। ਦੁਨੀਆ ਵਿੱਚ ਹਰ ਇੱਕ ਮਨੁੱਖ ਇਸ ਵਾਸਤੇ ਲੱਗਿਆ ਹੋਇਆ, ਭਾਵੇਂ ਉਹ ਸਾਇੰਸਦਾਨ ਨੇ, ਭਾਵੇਂ ਉਹ ਡਾਕਟਰ ਨੇ, ਭਾਵੇਂ ਉਹ ਸੰਸਾਰ ਦੇ ਵਿੱਚ ਧਾਰਮਿਕ ਲੋਕ ਨੇ, ਜਾਂ ਹੋਰ ਵੱਖ-ਵੱਖ ਕਿਸਮ ਦੇ ਲੋਕ। ਹਰ ਇੱਕ ਮਨੁੱਖ ਜਿਹੜਾ ਹੈ ਉਹ ਸੁੱਖ ਵਾਸਤੇ ਹੀ ਲੱਗਿਆ ਹੋਇਆ ਕਿ ਸੰਸਾਰ ਦੇ ਵਿੱਚੋਂ ਸੁੱਖ ਆਵੇ, ਸੁੱਖ ਦੀ ਪ੍ਰਾਪਤੀ ਹੋਵੇ। ਜਿਸ ਤਰ੍ਹਾਂ ਕਹਿ ਲਵਾਂ ਕਿ ਮਨੁੱਖ ਜੋ ਵੀ ਕੁਝ ਕਰ ਰਿਹਾ ਸੁੱਖ ਦੀ ਚਾਹਤ ਵਿੱਚ ਕਰ ਰਿਹਾ, ਸੁੱਖ ਦੀ ਚਾਹਤ ਵਿੱਚ ਕਰ ਰਿਹਾ। ਪਰ ਸੰਸਾਰ ਨੂੰ ਜਦੋਂ ਆਪਾਂ ਨੇੜੇ ਹੋ ਕੇ ਵੇਖਾਂਗੇ ਤੇ ਮਨੁੱਖ ਇੱਥੇ ਬਹੁਤੇ ਜਿਹੜੇ ਨੇ ਉਹ ਦੁਖੀ ਪ੍ਰਤੀਤ ਹੋਣਗੇ। ਉਸ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਤਾਂ ਇੱਦਾਂ ਕਿਹਾ ਕਿ ਬਾਲੀ ਰੋਵੈ ਨਾਹੀਂ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਜਬ ਬਾਣੀ ਦਾ ਫੈਸਲਾ ਹੈ, ਦੁੱਖ ਤਦੇ ਜਾਂ ਵਿਸਰ ਜਾਵੈ, ਭੁੱਖ ਵਿਆਪੈ ਬਹੁ ਵਿਧ ਤਾਵੈ। ਜਦੋਂ ਪਰਮਾਤਮਾ ਭੁੱਲ ਜਾਂਦਾ, ਸੰਸਾਰ ਦੁਖੀ ਹੁੰਦਾ ਹੈ। ਉਸ ਨੂੰ ਬਹੁਤ ਵਿਸਥਾਰ ਦਿੱਤਾ ਬਾਣੀ ਨੇ। ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਕਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਸੰਸਾਰ ਵਿੱਚ ਇਹ ਚਾਰ ਦੁੱਖ ਪ੍ਰਬਲ ਬੰਨੇ ਗਏ ਨੇ। ਇੱਕ ਸਭ ਤੋਂ ਵੱਡਾ ਦੁੱਖ ਹੈ ਦੁੱਖ ਵਿਛੋੜਾ, ਪਰਮਾਤਮਾ ਤੋਂ ਵਿਛੜ ਜਾਣਾ, ਗੁਰੂ ਤੋਂ ਵਿਛੜ ਜਾਣਾ। ਦੂਜਾ ਦੁੱਖ ਜਿਹੜਾ ਹੈ ਉਹ ਭੁੱਖ ਦਾ ਕਿਹਾ ਹੈ, ਰੱਬ ਦਾ ਵਿਛੋੜਾ ਹੋ ਜਾਣਾ, ਇਹ ਸਭ ਤੋਂ ਵੱਡਾ ਦੁੱਖ ਹੈ। ਉਸ ਤੋਂ ਬਾਅਦ ਭੁੱਖ, ਇਹ ਸਭ ਤੋਂ ਵੱਡਾ ਦੁੱਖ ਹੈ। ਮਨੁੱਖ ਨੂੰ ਰੋਟੀ ਨਾ ਮਿਲਣੀ, ਪੇਟ ਨਾ ਭਰਨਾ, ਭੁੱਖ ਜਿਹੜੀ ਹੈ ਵਿਆਪ ਜਾਣੀ, ਇਹ ਵੀ ਬਹੁਤ ਵੱਡਾ ਦੁੱਖ ਹੈ। ਤੀਜਾ ਦੁੱਖ ਕਿਹਾ ਹੈ ਗੁਰਬਾਣੀ ਨੇ ਕਿ ਸਖਤ ਵਾਰ ਜਮਦੂਤ। ਜਮਦੂਤ ਦਾ ਸਖਤ ਜਿਹੜਾ ਵਾਰ ਹੈ, ਜਮਾਂ ਦਾ ਜਿਹੜਾ ਡੰਡਾ ਹੈ, ਇਹ ਬਹੁਤ ਵੱਡਾ ਦੁੱਖ ਹੈ। ਤੇ ਚੌਥਾ ਦੁੱਖ ਕਿਹਾ ਬਾਣੀ ਨੇ ਕਿ ਤਨ ਨੂੰ ਰੋਗ ਲੱਗ ਜਾਣਾ, ਇਹ ਬਹੁਤ ਵੱਡਾ ਦੁੱਖ ਹੈ। ਹੁਣ ਜਦੋਂ ਆਪਾਂ ਸੰਸਾਰ ਨੂੰ ਦੇਖਾਂਗੇ ਤੇ ਇਹ ਚਾਰ ਦੁੱਖ ਬਾਣੀ ਨੇ ਸੰਸਾਰ ਦੇ ਸਮਕਸ਼ ਰੱਖੇ। ਤੇ ਮਨੁੱਖ ਜਦੋਂ ਆਪਣੇ ਮਨ ਦੇ ਵਿੱਚ ਟੋਹੇ ਟਿੱਬੇ ਪੈਦਾ ਹੋਏ, ਕਿਸ ਨੂੰ ਛੋਟਾ ਸਮਝਿਆ, ਆਪਣੇ ਆਪ ਨੂੰ ਵੱਡਾ ਸਮਝਿਆ। ਜਦੋਂ ਖਲਕ ਵਸੈ ਰਬ ਮਾਏ ਦੇ ਦਰਸ਼ਨ ਨਹੀਂ ਕਰ ਸਕਿਆ ਮਨੁੱਖ, ਉੱਥੇ ਮਨੁੱਖ ਦੇ ਅੰਦਰ ਦੁੱਖ ਦੀ ਸ਼ੁਰੂਆਤ ਹੁੰਦੀ ਹੈ। ਉੱਥੇ ਦੁੱਖ ਦੇ ਵਿੱਚ ਮਨੁੱਖ ਘਬਰਾਉਂਦਾ ਹੈ, ਦੁਖੀ ਹੁੰਦਾ ਹੈ, ਟੋਏ ਟਿੱਬੇ ਵਿੱਚ। ਜਿਸ ਤਰ੍ਹਾਂ ਕਹਿ ਲਵਾਂ ਸੌਖੇ ਲਫ਼ਜ਼ਾਂ ਦੇ ਵਿੱਚ ਕਿ ਮੈਂ ਜੋ ਆਪਣੀ ਇੱਜ਼ਤ ਚਾਹੁੰਦਾ ਹਾਂ, ਸਤਿਕਾਰ ਚਾਹੁੰਦਾ ਹਾਂ, ਮਾਣ ਚਾਹੁੰਦਾ ਹਾਂ, ਮੈਂ ਡਾਕਟਰ ਹਾਂ, ਇੰਜੀਨੀਅਰ ਹਾਂ, ਸਾਇੰਸਦਾਨ ਹਾਂ, ਵੈਦ ਹਾਂ, ਜਾਂ ਮੈਂ ਧਾਰਮਿਕ ਪੁਰਖ ਹਾਂ, ਉਹ ਨਾ ਮਿਲੇ। ਭਾਵੇਂ ਸੰਸਾਰ ਨੂੰ ਦਿਖਾਈ ਨਹੀਂ ਦਿੰਦਾ, ਪਰ ਮੈਂ ਦੁਖੀ ਹੋ ਜਾਂਦਾ, ਮੈਂ ਦੁਖੀ ਹੋ ਜਾਂਦਾ। ਔਰ ਇਸ ਤਰ੍ਹਾਂ ਇਹ ਦੁੱਖ ਦਾ ਦਾਇਰਾ ਜਦੋਂ ਸੁਰਤ ਦੇ ਆਲੇ ਦੁਆਲੇ ਵੱਧਦਾ ਹੈ ਤੇ ਕਈ ਵਾਰੀ ਇਸ ਤਰ੍ਹਾਂ ਲੱਗਦਾ ਹੈ ਕਿ ਦੁੱਖ ਸਿਰਫ ਮੈਨੂੰ ਹੀ ਹੈ, ਸਿਰਫ ਮੈਂ ਹੀ ਸੰਸਾਰ ਦੇ ਵਿੱਚ ਦੁਖੀ ਹਾਂ। ਹੋਰ ਦੁੱਖ ਦੇ ਵੱਖ-ਵੱਖ ਕਾਰਨ ਸੰਸਾਰ ਦੇ ਵਿੱਚ ਹੈਗੇ ਨੇ। ਕਿਸੇ ਦੀ ਧੀ ਆਖੇ ਨਹੀਂ ਲੱਗ ਰਹੀ, ਕਿਸੇ ਦਾ ਪੁੱਤ ਆਖੇ ਨਹੀਂ ਲੱਗ ਰਿਹਾ, ਕਿਤੇ ਮਾਤਾ ਪਿਤਾ ਜੋ ਬੱਚੇ ਚਾਹੁੰਦੇ ਨੇ ਉਹ ਨਹੀਂ ਦੇ ਰਹੇ, ਕੋਈ ਪੜ੍ਹਾਈ ਕਰਕੇ ਦੁਖੀ ਹੈ। ਇਸ ਤਰ੍ਹਾਂ ਦੁੱਖ ਜਿਹੜੇ ਨੇ ਹਰ ਇੱਕ ਮਨੁੱਖ ਦੇ ਹੈਗੇ ਨੇ, ਪਰ ਵੱਖੋ ਵੱਖਰੇ ਦੁੱਖ ਨੇ। ਕਿਸੇ ਦੇ ਘਰ 'ਚ ਕਲੇਸ਼ ਰਹਿੰਦਾ ਹੈ, ਕਿਸੇ ਦੇ ਘਰ ਦੇ ਵਿੱਚ
ਹਉਮੈ ਹੰਕਾਰ ਦੇ ਝਗੜੇ ਨੇ, ਕਿਸੇ ਵੀ ਧਨ ਦੀ ਘਾਟ ਹੈ। ਜੇ ਸੰਸਾਰ ਨੂੰ ਤੁਸੀਂ ਧਿਆਨ ਨਾਲ ਤੱਕੋਗੇ ਨਾ, ਤੇ ਸੰਸਾਰ ਦੇ ਵਿੱਚ ਮਨੁੱਖ ਨੂੰ ਤਸੱਲੀ ਨਹੀਂ ਹੈ, ਮਨੁੱਖ ਆਨੰਦ ਵਿੱਚ ਨਹੀਂ ਹੈ, ਮਨੁੱਖ ਆਪਣੇ ਆਪ ਨੂੰ ਸੁਖੀ ਪ੍ਰਤੀਤ ਨਹੀਂ ਕਰ ਰਿਹਾ। ਔਰ ਜਿਹੜਾ ਸਾਡਾ ਇੱਕ ਭੁਲੇਖਾ ਹੈ ਨਾ ਕਿ ਬਹੁਤਾ ਧਨ, ਵੱਡੇ ਕਾਰੋਬਾਰ ਹੋ ਜਾਣੇ, ਅਸੀਂ ਸੁਖੀ ਹੋ ਜਾਵਾਂਗੇ, ਤੇ ਜਿਨ੍ਹਾਂ ਕੋਲ ਵੱਡੇ ਕਾਰੋਬਾਰ ਨੇ, ਜਿਨ੍ਹਾਂ ਕੋਲ ਬਹੁਤ ਧਨ ਹੈ, ਗੁਸਤਾਖੀ ਮਾਫ, ਸੁਖੀ ਅਜੇ ਉਹ ਵੀ ਨਹੀਂ। ਔਰ ਨਾ ਹੀ ਬਹੁਤਾ ਧਨ ਇਕੱਠਾ ਕਰਕੇ ਉਹ ਸੁਖੀ ਹੋ ਸਕਦੇ ਹਨ, ਕਿਉਂਕਿ ਮਹਾਰਾਜ ਨੇ ਇੱਕ ਕਸਵੱਟੀ ਦਿੱਤੀ ਹੈ, ਸੁਖ ਨਾ ਹੀ ਬਹੁਤਾ ਧਨ ਖੱਟ ਹੈ। ਹੇ ਮਨੁੱਖ, ਤੂੰ ਸੁਖੀ ਨਹੀਂ ਹੋ ਸਕਦਾ ਬਹੁਤਾ ਧਨ ਖੱਟ ਕੇ। ਆਓ ਕਿ ਦੁੱਖ ਤੋਂ ਬਹੁਤਾ ਧਨ ਖੱਟ ਕੇ ਬਚ ਨਹੀਂ ਸਕਦਾ। ਸੁਖ ਨਾ ਹੀ ਬਹੁਤਾ ਧਨ ਖਾਟੈ, ਸੁਖ ਨਾ ਹੀ ਪੇਖੇ ਨਿਤ ਨਾਟੈ, ਸੁਖ ਨਾ ਹੀ ਬਹੁ ਦੇਸ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਗੁਰਬਾਣੀ ਨੇ ਬੜੀ ਪਿਆਰੀ ਵਿਆਖਿਆ ਕੀਤੀ ਹੈ ਕਿ ਬਹੁਤਾ ਧਨ ਮਨੁੱਖ ਦੀ ਸੁਰਤ ਵਿੱਚ ਚੱਲਦਾ ਹੈ ਕਿ ਇਤਨਾ ਧਨ ਹੋਏਗਾ ਮੈਂ ਸੁਖੀ ਹੋ ਜਾਵਾਂਗਾ, ਚੈਨ ਨਾਲ ਬੈਠਾਂਗਾ, ਆਨੰਦ ਕਰਾਂਗਾ, ਬੱਲੇ ਬੱਲੇ ਹੋ ਜਾਵੇਗੀ ਮੇਰੀ। ਬਹੁਤੇ ਲੋਕਾਂ ਦੀ ਸੋਚ ਇੱਥੇ ਖਲੋਤੀ ਵੀ ਜੇ ਮੇਰੇ ਕੋਲ ਅਰਬ ਰੁਪਏ ਆ ਗਏ ਜਾਂ ਕਰੋੜ ਰੁਪਏ ਆ ਗਏ ਤੇ ਮੈਂ ਸੁਖੀ ਹੋ ਜਾਵਾਂਗਾ। ਹਰ ਇੱਕ ਮਨੁੱਖ ਦਾ ਆਪਣਾ ਆਪਣਾ ਮਾਪਦੰਡ ਹੈ। ਇੱਕ ਬੰਦੇ ਕੋਲ 100 ਰੁਪਏ ਵੀ ਨਹੀਂ, ਉਹ ਕਹਿੰਦਾ 1000 ਆ ਜਾਣ ਮੈਂ ਸੁਖੀ ਹੋ ਜਾਵਾਂਗਾ। ਇੱਕ ਕੋਲ 1000 ਹੈਗੇ ਨੇ, ਉਹ ਕਹਿੰਦਾ ਲੱਖ ਹੋ ਜਾਣ ਤੇ ਮੈਂ ਸੁਖੀ ਹੋ ਜਾਵਾਂਗਾ। ਕਿਸੇ ਕੋਲ ਲੱਖ ਹੈਗੇ ਨੇ, ਉਹ ਕਹਿੰਦਾ ਕਰੋੜ ਆ ਜਾਣ ਮੈਂ ਸੁਖੀ ਹੋ ਜਾਵਾਂਗਾ। ਕਿਸੇ ਕੋਲ ਕਰੋੜ ਨੇ, ਉਹ ਕਹਿੰਦਾ ਜੇ 1 ਅਰਬ ਆ ਜਾਣ ਤੇ ਮੈਂ ਸੁਖੀ ਹੋ ਜਾਵਾਂਗਾ। ਤੇ ਜਿਹਦੇ ਕੋਲ 1 ਅਰਬ ਨੇ, ਉਹ ਕਹਿੰਦਾ ਜੇ ਖਰਬ ਕਿਤੇ ਪੈਸੇ ਆ ਜਾਣ ਤੇ ਮੈਂ ਸੁਖੀ ਹੋ ਜਾਵਾਂਗਾ। ਇਹ ਸੰਸਾਰ ਦੇ ਵਿੱਚ ਹਰ ਇੱਕ ਮਨੁੱਖ ਦਾ ਸੁਖੀ ਹੋਣ ਦਾ ਧਨ ਦੇ ਮਾਮਲੇ ਵਿੱਚ ਆਪਣਾ ਆਪਣਾ ਮਾਪਦੰਡ ਜੇ। ਸਾਰਿਆਂ ਦੀ ਵਿੱਥ ਇੱਕੋ ਜਿਹੀ ਨਹੀਂ ਹੈ। ਹਰ ਇੱਕ ਮਨੁੱਖ ਦਾ ਸੋਚਣਾ ਔਰ ਹਰ ਇੱਕ ਮਨੁੱਖ ਦੀ ਵਿੱਥ ਵੱਖੋ ਵੱਖਰੀ ਹੈ। ਤੇ ਮਹਾਰਾਜ ਨੇ ਇੱਕ ਗੱਲ ਬੜੀ ਕਲੀਅਰ ਕਰ ਦਿੱਤੀ, ਸੁਖ ਨਾ ਹੀ ਬਹੁਤਾ ਧਨ ਖੱਟ ਹੈ। ਬਹੁਤਾ ਧਨ ਖੱਟ ਲੈਣਾ ਸੁਖੀ ਹੋਣ ਦਾ ਤਰੀਕਾ ਨਹੀਂ ਹੈ। ਸਹੂਲਤਾਂ ਮਿਲ ਸਕਦੀਆਂ, ਸਹੂਲਤਾਂ ਵੱਧ ਸਕਦੀਆਂ। ਕੱਚੇ ਮਕਾਨ ਤੋਂ ਤੂੰ ਪੱਕੇ ਮਕਾਨ ਵਿੱਚ ਆ ਸਕਦਾ ਹੈ। ਤੁਰ ਕੇ ਜਾਂਦਾ ਸੀ, ਗੱਡੀ ਤੇ ਜਾ ਸਕਦਾ ਹੈ। ਕੱਪੜੇ ਖਾਦਰ ਦੇ ਪਾਉਂਦਾ ਸੀ, ਕੀਮਤੀ ਬ੍ਰਾਂਡਡ ਪਾ ਸਕਦਾ। ਬਸ ਇਤਨਾ ਹੀ ਕੁਛ ਹੈ ਨਾ, ਇਸ ਤੋਂ ਅੱਗੇ ਤਾਂ ਕੁਛ ਵੀ ਨਹੀਂ। ਫਿਰ ਕਹਿੰਦੇ ਨੇ ਸੁਖ ਨਾ ਹੀ ਪੇਖੇ ਨਿਤ ਨਾਟੈ। ਕੋਈ ਮਨੁੱਖ ਨਾਟਕ ਦੇਖਦਾ ਹੈ, ਫਿਲਮਾਂ ਦੇਖਦਾ ਹੈ, ਉਹ ਕਹਿੰਦਾ ਨਾਟਕ ਦੇਖ ਕੇ ਸੁਖੀ ਹੋ ਜਾਂਦੇ ਹਾਂ, ਦੁੱਖ ਭੁੱਲ ਜਾਂਦਾ ਹੈ। ਪਰ ਇਹ ਵੀ ਸਾਧਨ ਪੱਕਾ ਇਲਾਜ ਨਹੀਂ ਹੈ ਦੁੱਖ ਦੂਰ ਕਰਨ ਦਾ। ਸੁਖੀ ਹੋਣ ਦਾ ਪੱਕਾ ਇਲਾਜ ਨਹੀਂ ਹੈ। ਨਾਟਕ ਚੇਟਕ ਦੇਖ ਕੇ ਆਪਣਾ ਸਮਾਂ ਤਾਂ ਬਰਬਾਦ ਹੋ ਸਕਦਾ, ਮਿਲਿਆ ਜ਼ਿੰਦਗੀ ਦਾ ਟਾਈਮ ਬਰਬਾਦ ਹੋ ਸਕਦਾ। ਪਰ ਤੁਸੀਂ ਸੋਚੋ ਵੀ ਨਾਟਕ 4 ਦਿਨ ਦੇਖ ਲਵਾਂਗੇ, ਫਿਰ ਦੁੱਖ ਤਾਂ ਉੱਥੇ ਹੀ ਖਲੋਤਾ ਹੋਇਆ। ਉਸ ਤੋਂ ਬਾਅਦ ਫਿਰ ਉਹ ਸਾਨੂੰ ਦੁਖੀ ਕਰਨਗੇ ਜਿਸ ਕਰਕੇ ਅਸੀਂ ਦੁਖੀ ਹਾਂ। ਨਾਟਕ ਚੇਟਕ, ਸੰਸਾਰ ਦੀ ਹੋਰ ਚੀਜ਼ਾਂ, ਇਹ ਵੀ ਮਨੁੱਖ ਨੂੰ ਸੁਖੀ ਨਹੀਂ ਕਰ ਸਕਦੀਆਂ। ਸੁਖ ਨਾ ਹੀ ਬਹੁ ਦੇਸ ਕਮਾਏ। ਬਹੁ ਦੇਸ ਕਮਾਏ ਦਾ ਅਰਥ ਹੈ ਬਹੁਤ ਸਾਰੇ ਦੇਸਾਂ ਦਾ ਰਾਜਾ ਬਣ ਜਾਣਾ। ਬਹੁਤ ਸਾਰੇ ਦੇਸਾਂ ਦੇ ਰਾਜ ਨੂੰ ਕਮਾ ਲੈਣਾ, ਪ੍ਰਾਪਤ ਕਰ ਲੈਣਾ। ਬਹੁਤ ਸਾਰੇ ਦੇਸਾਂ ਦਾ ਕੋਈ ਰਾਜਾ ਹੋਵੇ, ਉਹ ਵੀ ਸੁਖੀ ਨਹੀਂ ਹੈ। ਫਿਰ ਮਹਾਰਾਜ ਇਤਨੇ ਮਨੁੱਖ ਨੂੰ ਸੁਖ ਨਹੀਂ ਮਿਲਿਆ, ਫਿਰ ਦੁਖੀ ਦਾ ਦੁਖੀ ਹੈ। ਤੇ ਸੁਖ ਦੀ ਕਸਵੱਟੀ ਕੀ ਹੈ? ਮਹਾਰਾਜ ਕਹਿੰਦੇ ਨੇ ਸਰਬ ਸੁਖਾ ਹਰ ਹਰ ਗੁਣ ਗਾਏ। ਸਾਰੇ ਸੁਖ ਨੇ ਹਰੀ ਪਰਮਾਤਮਾ ਦੇ ਗੁਣ ਗਾਉਣ ਵਿੱਚ। ਬਾਬਾ ਫਰੀਦ ਜੀ ਇਸੇ ਵਿਚਾਰ ਦੱਸ ਰਹੇ ਹਨ ਕਿ ਜਦੋਂ ਮੈਂ ਸੰਸਾਰ ਦੇ ਇਹਨਾਂ ਟੋਇਆ ਟਿੱਬਾਂ ਵਿੱਚ ਪੈਦਾ ਹੋਏ, ਦੁੱਖ ਵਿੱਚ ਘਬਰਾ ਗਿਆ, ਦੁਖੀ ਹੋਇਆ, ਮੈਂ ਸਮਝਿਆ ਕਿ ਦੁੱਖ ਸਿਰਫ ਮੈਨੂੰ ਹੈ, ਸਿਰਫ ਮੈਂ ਹੀ ਇੱਥੇ ਦੁਖੀ ਹਾਂ ਸੰਸਾਰ ਦੇ ਵਿੱਚ। ਔਰ ਉਸ ਵੇਲੇ ਬੰਦਾ ਸਮਝ ਲੈਂਦਾ, ਜਦੋਂ ਆਲੇ ਦੁਆਲੇ ਦੇਖਦਾ ਨਾ, ਤੇ ਲੱਗਦਾ ਵੀ ਇਹ ਬੰਦਾ ਸੁਖੀ ਹੈ, ਇਹਦੇ ਕੋਲ ਪੈਸੇ ਹੈਗੇ ਨੇ, ਇਹ ਸੁਖੀ ਹੈ, ਇਹਦੇ ਕੋਲ ਇਹ ਚੀਜ਼ਾਂ ਹੈਗੀਆਂ ਨੇ। ਪਰ ਸੱਚਾਈ ਇਹ ਹੈ ਕਿ ਮਨੁੱਖ ਅੰਦਰੋਂ ਆਪ ਦੁਖੀ ਹੈ। ਸੋਚਦਾ ਮੈਂ ਹੀ ਦੁਖੀ ਹਾਂ, ਮੇਰੀ ਸੰਤਾਨ ਆਖੇ ਨਹੀਂ ਲੱਗਦੀ, ਮੇਰਾ ਪਰਿਵਾਰ ਆਖੇ ਨਹੀਂ ਲੱਗਦਾ, ਮੇਰੇ ਕੋਲ ਹੀ ਧਨ ਨਹੀਂ ਹੈ, ਮੇਰੇ ਕੋਲ ਇਹ ਵਸਤੂਆਂ ਨਹੀਂ ਹਨ, ਮੇਰੀ ਘਰਵਾਲੀ ਆਖੇ ਨਹੀਂ ਲੱਗਦਾ।
ਜਾਂ ਜਿਸ ਦਫ਼ਤਰ ਦੇ ਵਿੱਚ ਮੈਂ ਕੰਮ ਕਰਦਾ, ਮੇਰਾ ਉੱਥੇ ਦਾ ਜਿਹੜਾ ਬੋਸ ਹੈ, ਵੱਡਾ ਅਧਿਕਾਰੀ ਹੈ, ਉਹ ਮੇਰੇ ਮੁਤਾਬਿਕ ਨਹੀਂ ਹੈ। ਇਸ ਤਰ੍ਹਾਂ ਦੀ ਛੋਟੀ ਛੋਟੀ ਗੱਲਾਂ ਸੰਸਾਰ ਦੇ ਵਿੱਚ ਜਦੋਂ ਉਦਾਸ ਲੋਕਾਂ ਕੋਲ ਬਹਿੰਦਾ ਹੈ, ਪਤਾ ਚੱਲਦਾ ਹੈ। ਇਤਨੇ ਸਾਲਾਂ ਦੇ ਵਿਚਰਨ ਤੋਂ ਬਾਅਦ ਇਹ ਪਤਾ ਚੱਲਿਆ ਕਿ ਮਨੁੱਖ ਅੰਦਰੋਂ ਤ੍ਰਿਪਤ ਨਹੀਂ ਹੈ, ਕੋਈ ਨਾ ਕੋਈ ਦੁੱਖ ਉਸਨੂੰ ਵਿਆਪ ਰਿਹਾ ਹੈ। ਕਿਸੇ ਨਾ ਕਿਸੇ ਕਰਕੇ ਉਹ ਦੁਖੀ ਹੈ। ਔਰ ਬੰਦਾ ਕਈ ਵਾਰ ਇਹ ਸਮਝ ਲੈਂਦਾ ਕੇਵਲ ਦੁਖੀ ਮੈਂ ਹਾਂ। ਹੁਣ ਬਾਬਾ ਫਰੀਦ ਜੀ ਕਹਿੰਦੇ ਮੈਂ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਮੈਂ ਸਮਝਿਆ ਕਿ ਸਿਰਫ ਸੰਸਾਰ ਵਿੱਚ ਦੁੱਖ ਮੈਨੂੰ ਹੀ ਹੈ। ਮੁਝ ਕੋ ਦਾ ਮੈਂ ਹੀ ਕੇਵਲ ਇੱਥੇ ਦੁਖੀ ਹਾਂ, ਹੋਰ ਕੋਈ ਸੰਸਾਰ ਦੇ ਵਿੱਚ ਦੁਖੀ ਨਹੀਂ ਹੈ। ਔਰ ਬੰਦੇ ਦੇ ਕੋਲ ਜਾਓ ਤੇ ਸੱਚ ਇਹ ਹੈ ਕਿ ਦੁੱਖ ਕੀ ਪੰਡਾਂ ਖੁੱਲਿਆਂ ਸੁੱਖ ਨਾ ਨਿਕਲਿਓ ਕੋਈ। ਕਿਸੇ ਨਾਲ ਕੋਈ ਦੁੱਖ ਦੀ ਗੱਲ ਛੇੜੋ ਤਾਂ ਸਹੀ ਤੁਸੀਂ, ਉਸ ਵੇਲੇ ਉਹ ਵੀ ਆਪਣੇ ਦੁੱਖ ਦੀਆਂ ਪੰਡਾਂ ਖੋਲ੍ਹਣੀਆਂ ਸ਼ੁਰੂ ਕਰ ਦਿੰਦਾ ਹੈ। ਕੋਈ ਮਨੁੱਖ ਆਪਣੀ ਔਲਾਦ ਤੋਂ ਦੁਖੀ ਹੈ, ਕੋਈ ਆਪਣੇ ਵੱਡਿਆਂ ਤੋਂ ਦੁਖੀ ਹੈ, ਕੋਈ ਆਪਣੇ ਗੁਆਂਢੀ ਤੋਂ ਦੁਖੀ ਹੈ, ਕੋਈ ਆਪਣੇ ਕਾਰੋਬਾਰ ਤੇ ਦੁਖੀ ਹੈ, ਕੋਈ ਕਿਸੇ ਹੋਰ ਕਾਰਨ ਕਰਕੇ ਦੁਖੀ ਹੈ। ਇੱਕ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਕਿ ਵਿਆਪਕ ਤੌਰ ਤੋਂ ਲੋਕ ਦੁਖੀ ਨੇ। ਪਰ ਬਾਬਾ ਫਰੀਦ ਜੀ ਆਖਦੇ ਨੇ ਕਿ ਦੁੱਖ ਸਵਾਇਆ ਜਗ, ਪਰ ਅਸਲ ਵਿੱਚ ਦੁੱਖ ਤਾਂ ਸਾਰੇ ਹੀ ਜਗਤ ਵਿੱਚ ਵਾਪਰ ਰਿਹਾ ਹੈ। ਦੁੱਖ ਸਵਾਇਆ ਜਗ ਆਖਣ ਲੱਗੇ ਸਾਰੇ, ਸਵਾਇਆ ਦਾ ਅਰਥ ਹੈ ਸਾਰੇ ਜਗਤ ਵਿੱਚ, ਸਾਰੇ ਸੰਸਾਰ ਦੇ ਵਿੱਚ, ਸਾਰੇ ਸੰਸਾਰ ਦੇ ਵਿੱਚ ਹੀ ਦੁੱਖ ਜਿਹੜਾ ਹੈ ਉਹ ਵਾਪਰ ਰਿਹਾ। ਸਾਰੇ ਸੰਸਾਰ ਵਿੱਚ ਦੁੱਖ ਵਿਆਪਕ ਹੈ। ਸਾਰੇ ਸੰਸਾਰ 'ਚ ਦੁੱਖ ਹੈਗੇ ਨੇ। ਸਾਰਾ ਸੰਸਾਰ ਹੀ ਇਹ ਦੁੱਖਾਂ ਦੀ ਅੱਗ 'ਚ, ਸਾਰੇ ਸੰਸਾਰ ਦੇ ਵਿੱਚ ਹੀ ਦੁੱਖ ਵਾਪਰ ਰਿਹਾ ਹੈ। ਤੇ ਬਾਬਾ ਫਰੀਦ ਜੀ ਕਹਿੰਦੇ ਨੇ ਹੁਣ ਮੈਨੂੰ ਸੋਝੀ ਆਈ, ਉੱਚੇ ਚੜ੍ਹ ਕੇ ਦੇਖਿਆ ਤਾਂ ਕਰ ਕਰ ਇਹਾ ਅਗ। ਜਦੋਂ ਮੈਂ ਗਿਆਨ ਦੇ ਟਿੱਬੇ ਤੇ ਚੜ੍ਹਿਆ ਨਾ, ਉੱਚੇ ਚੜ੍ਹਕਾ ਦਾ ਅਰਥ ਹੈ ਕਿ ਮੈਂ ਜਦੋਂ ਆਪਣੇ ਜੀਵਨ ਵਿੱਚੋਂ ਟੋਹੇ ਟਿੱਬੇ ਲਾ ਲਏ, ਦੂਰ ਕਰ ਲਏ, ਆਪਣੇ ਆਪ ਨੂੰ ਉੱਚਾ ਸਮਝਣਾ ਤੇ ਨੀਵਾਂ ਸਮਝਣਾ, ਇਹ ਮੇਰੇ ਜੀਵਨ ਵਿੱਚ ਜਦੋਂ ਪਾਸੇ ਹੋ ਗਿਆ, ਮੈਨੂੰ ਜਦੋਂ ਗਿਆਨ ਹੋ ਗਿਆ, ਮੈਂ ਗਿਆਨ ਦੇ ਟਿੱਬੇ ਤੇ ਚੜ੍ਹ ਕੇ ਵੇਖਿਆ, ਉੱਚੇ ਚੜ੍ਹ ਕੇ ਦੇਖਿਆ। ਆਓ ਕਿ ਜਦੋਂ ਮੈਂ ਆਪਣੇ ਦੁੱਖ ਤੋਂ ਉੱਚਾ ਹੋ ਕੇ, ਖਿਆਲ ਕਰਨਾ ਜਦੋਂ ਵੀ ਦੇਖਣਾ ਹੈ ਆਪਣੇ ਦੁੱਖ ਤੋਂ ਉੱਚੇ ਹੋ ਕੇ ਦੇਖੋ। ਮੈਨੂੰ ਇਸ ਤਰ੍ਹਾਂ ਕਹਿੰਦਾ ਹੁੰਦਾ ਕਿ ਸੰਸਾਰ ਦੇ ਵਿੱਚ ਜੇ ਆਪਣੇ ਆਪ ਨੂੰ ਵੇਖਣਾ ਹੈ ਤੇ ਵੇਖਣ ਦਾ ਇੱਕ ਮਾਪਦੰਡ ਜੋ ਦਾਸ ਨੂੰ ਸਮਝ ਆਇਆ, ਹਰ ਇੱਕ ਮਨੁੱਖ ਦੀ ਆਪਣੀ ਆਪਣੀ ਵਿਚਾਰ ਹੁੰਦੀ ਹੈ। ਪਰ ਦਾਸ ਇਸ ਤਰ੍ਹਾਂ ਸਮਝਦਾ ਕਿ ਜਦੋਂ ਵੀ ਦੁੱਖ ਦੇਖਣਾ ਹੋਵੇ ਤੇ ਆਪਣੇ ਤੋਂ ਥੱਲੇ ਨੂੰ ਵੇਖੀਏ। ਮੇਰੇ ਕੋਲ ਕੱਪੜੇ ਨੇ, ਕੋਈ ਐਸਾ ਵੀ ਜਿਹਦੇ ਕੋਲ ਕੱਪੜੇ ਨਹੀਂ, ਜੇ ਮੈਂ ਉਹਨੂੰ ਦੇਖਾਂਗਾ ਤਾਂ ਫਿਰ ਮੈਨੂੰ ਆਪਣਾ ਦੁੱਖ ਨਹੀਂ ਲੱਗੇਗਾ। ਮੇਰੇ ਕੋਲ ਘਰ ਹੈ, ਦੂਜੇ ਕੋਲ ਨਹੀਂ ਹੈ, ਮੈਂ ਐਸਾ ਦੇਖਾਂਗਾ ਤੇ ਮੈਨੂੰ ਦੁੱਖ ਨਹੀਂ ਲੱਗੇਗਾ ਵੀ ਮੇਰਾ ਘਰ ਛੋਟਾ ਹੈ ਤੇ ਮੇਰੇ ਐਸੇ ਵੀ ਨੇ ਜਿਹਨਾਂ ਕੋਲ ਘਰ ਹੈ ਹੀ ਨਹੀਂ। ਮੇਰੇ ਕੋਲ ਰੋਟੀ ਹੈ ਪਰ ਮੈਂ ਚਾਹੁੰਦਾ ਕਿ 36 ਪ੍ਰਕਾਰ ਦੀ ਰੋਟੀ ਹੋਵੇ, ਮੈਂ ਦੁਖੀ ਹੋ ਜਾਂਦਾ। ਰੋਜ਼ ਉਹੀ ਸਾਗ ਸਬਜ਼ੀ ਉਹੀ ਚੀਜ਼ਾਂ, ਪਰ ਮੈਂ ਦੇਖਾਂਗਾ ਇੱਕ ਉਹ ਵੀ ਜਿਹਦੇ ਕੋਲ ਰੋਟੀ ਖਾਣ ਨੂੰ ਹੈ ਨਹੀਂ ਹੈ, ਰੋਟੀ ਨਹੀਂ ਖਾਣ ਨੂੰ। ਪਿਆਰ ਵਾਲਿਓ, ਸੱਚ ਜਾਣਨਾ, ਜਦੋਂ ਨੂੰ ਇਸ ਨਜ਼ਰੀਏ ਨਾਲ ਸੰਸਾਰ ਨੂੰ ਦੇਖਾਂਗਾ, ਗੁਸਤਾਖੀ ਮਾਫ, ਮੈਂ ਦੁਖੀ ਨਹੀਂ ਹੋਵਾਂਗਾ। ਇਹੀ ਉੱਚੇ ਚੜ੍ਹ ਕੇ ਦੇਖਣਾ, ਆਪਣੇ ਆਪ ਨੂੰ ਉੱਪਰ ਕਰਨਾ, ਆਪਣੇ ਦੁੱਖ ਤੋਂ ਉੱਪਰ ਹੋ ਕੇ ਦੇਖਣਾ ਸੰਸਾਰ ਨੂੰ। ਪਰ ਮੇਰਾ ਦੇਖਣ ਦਾ ਨਜ਼ਰੀਆ, ਮੇਰੇ ਨਾਲੋਂ ਜਿਹਦੇ ਕੋਲ ਵੱਧ ਪੈਸੇ ਨੇ, ਵੱਡਾ ਮਕਾਨ ਹੈ, ਵੱਡੀ ਕਾਰ ਹੈ, ਸੋਹਣੇ ਵਸਤਰ ਪਾਏ ਨੇ, ਮੈਂ ਦੇਖਦਾ ਉਸ ਨੂੰ ਦੁਖੀ ਹੋ ਜਾਂਦਾ। ਛੋਟਾ ਮਕਾਨ ਹੈ, ਮੇਰੇ ਕੋਲ ਹੀ ਕਿਉਂ ਚੰਗੇ ਕੱਪੜੇ ਨਹੀਂ ਹਨ, ਮੇਰੇ ਕੋਲ ਹੀ ਕਿਉਂ ਚੰਗੀ ਗੱਡੀ ਨਹੀਂ ਹੈ।
मेरा देखण का नज़रिया गलत है, इस करके जो मैं उस नज़रिए नाल देखांगा गुस्ताखी, मैं संसार विच जिहड़ा भी मनुख इस रूप विच संसार नूं देखेगा अपने तो अगे वाले नूं दुखी हो जाएगा। सगों मैं इस तरह कहता हुंदा कि जो संसार दे विच धन दे मामले विच देखना तो अपने तो पिछे वाले नूं देखिए, और धर्म के मामले देखना तो अपने तो अगे वाले नूं वेखिए कि वह 2 सुखमनी साहब भी कर लैंदा है, नितनेम बाणियां भी पढ़ लैंदा, होर एक्सट्रा बाणियां भी पढ़ लैंदा है, तो मैं तो सुखमनी साहब नहीं पढ़ पाता, मैं नितनेम नहीं कर पाता, मैं ये गुरु घर सेवा नहीं कर पाता, पर वह करदा। असी धर्म के मामले विच अपने तो नीवें वाले नूं वेखदे हां भी ਉਹੀ ਕਿਹੜਾ सेवा करदा उन्हें भी तो अमृत छकिया, ਉਹੀ ਕਿਹੜਾ नितनेम करदा उसने भी तो अमृत छकिया, ਉਹੀ ਕਿਹੜਾ गुरुद्वारे जांदा है। साडी वृत्ति इत्थे टिकी हुई है गुस्ताखी माफ कि असी इस तरीके दे नाल देखते हैं अपने तो अगे नूं धर्म वाले नूं वेखना भी धर्म च मेरे नालों वो अगे है, ਉਹਦਾ दान पुन सेवा सिमरन बंदगी मेरे नालों वध है। जो मैं उसनूं वेखांगा तो सज्जण उस कोलों प्रेरणा लवांगा, और जो अपने तो थले वाले नूं धन दे मामले च वेखांगा तो मैं संसार विच दुखी नहीं होवांगा। बाबा फरीद जी कहते जो मैं ज्ञान के टिले ते चढ़िया, मैनू ज्ञान होया, समझ आई, अपने दुख तो मैं उपर होके ध्यान मारिया तो की देखा तो घर घर यह अग, तो मैं वेख्या कि हरेक घर विच यही अग बल रही है, पाओ हरेक जीव दुखी है, यही अग बल रही है, हरेक जीव दुखी है। दुख के कारण वखरे हो सकते हैं, अग वखो वखरी हो सकती, पर अग हर एक के घर च लगी हुई है। अग हर एक नूं साड़ रही है मनुख नूं, इस अग तो मनुख बचिया होया नहीं है। इस करके बाबा फरीद जी समझाना चाहते हैं कि जो मैं अपने दुख तो उच्चा होकर ध्यान मारिया तो मैं वेख्या कि हरेक घर विच यही अग बल रही है, पाओ हरेक जीव दुखी है। दुख के कारण वखरे ने, दुख वखो वखरे ने, दुख की कसवटी वखो वखरी है, दुख सुरत दे विच वखो वखरा समझिया होया। इस करके संसार दे विच जदों विरले जिहड़े मनुख दुखी हैं, बाबा फरीद जी ने जिहड़ी गल देखी भी मैं सारे संसार नूं ध्यान नाल देखिया तो ये दुखां वाली अग हर एक घर च लगी है, किते संसार दुखी ना हो जावे। तो गुरु अर्जन देव जी महाराज ने अगला वचन उच्चारण किया, क्योंकि कई बार मनुख जिहड़ा है वो हैरान हो जाता है, दुखी हो जाता है, परेशान हो जाता है कि हर एक घर विच ही दुखी है, दुखी तो रहना ही पैना, सुख तो मिल ही नहीं सकता, आनंद की प्राप्ति तो हो ही नहीं सकती। सदों कहते ऐसी गल नहीं है, इस अग तो मनुख बच सकता है, इस दुख तो मनुख बच सकता है। महाराज कौन? आखन लगे महला पंजवा हरिदा भूम रंगावली। आखन लगे ये जिहड़ी धरती है, ये संसार है, ये रंगावली है। मंज विसूला बाग। गुरु साहब सच्चे पातशाह आखन लगे, कहने ने संसार दे विच विसूला दा अर्थ है विष भरिया, ये संसार रूपी बाग है, विष नाल भरिया होया है। वो खुशी देन वाली, अन्न देन वाली है, पर मंज विसूला बाग सुहावनी है, बड़ी धरती सोहनी है, पर इस विच विष भरिया होया है। विओला विष जिहड़ा संसार च भरिया इस बाग दे अंदर, और यह विष जिहड़ा विष गंदलां जिहड़ियां मनुख जदों माणदा है, इन्हां दे नाल जुड़दा है, तो सच जानना ये दुखी हो जाता है। क्योंकि मनुख की एक वृत्ति है कि संसार दे विचों मनुख हर एक दे उत्ते अपनी कोई ना कोई आस रखता है, उम्मीद रखता है, और यह भी आस बेनती करे कि संसार भावें सुहावना है, इत्थे खुशी खेड़े ने, धरती ये संसार रूपी रंगावली है, सुहावनी है बड़ी।
ਇੱਥੇ ਵਿਸ ਭਰਿਆ ਇਹ ਸੰਸਾਰ ਰੂਪੀ ਬਾਗ ਹੈ, ਇਹਦੇ ਵਿੱਚ ਕੋਈ ਡਾਊਟ ਨਹੀਂ, ਭਾਵੇਂ ਧਰਤੀ ਇਹ ਰੰਗਾਵਲੀ ਹੈ ਪਰ ਨਾਲ ਵਿਸ ਵੀ ਹੈ। ਜਿਸ ਨੂੰ ਹੋਰ ਨੇ ਇਸ ਤਰ੍ਹਾਂ ਲਿਖਿਆ ਬਾਣੀ 'ਚ ਕਿ ਵਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਗੱਲ ਸੌਖੀ ਹੋ ਜਾਏਗੀ ਤੁਹਾਡੇ ਵਾਸਤੇ। ਪ੍ਰਭੂ ਨੇ, ਮੇਰੇ ਪਰਮਾਤਮਾ ਨੇ ਇਸ ਸੰਸਾਰ ਦੇ ਵਿੱਚ ਦੋ ਚੀਜ਼ਾਂ ਪੈਦਾ ਕੀਤੀਆਂ, ਵਿਸ ਵੀ ਪੈਦਾ ਕੀਤਾ ਤੇ ਅੰਮ੍ਰਿਤ ਵੀ ਪੈਦਾ ਕੀਤਾ। ਇਹ ਸੰਸਾਰ ਰੂਪੀ ਭੂਮ ਰੰਗਾਵਲੀ ਹੈ, ਸੁਹਾਵਣੀ ਵੀ ਹੈ, ਆਨੰਦਦਾਇਕ ਵੀ ਹੈ, ਨਾਲੇ ਇਹ ਸੰਸਾਰ ਰੂਪੀ ਜਿਹੜਾ ਬਾਗ ਹੈ ਇਸ ਦੇ ਵਿਸ ਭਰਿਆ ਵੀ ਹੈ। ਪਰਮਾਤਮਾ ਨੇ ਸੰਸਾਰ ਰੂਪੀ ਰੁੱਖ ਨੂੰ ਦੋ ਫਲ ਲਾ ਦਿੱਤੇ ਨੇ। ਇਸ ਤਰ੍ਹਾਂ ਕਹਿ ਲਵਾਂ, ਇੱਕ ਸੁੱਖ ਹੈ, ਇੱਕ ਦੁੱਖ ਹੈ, ਇੱਕ ਅੰਮ੍ਰਿਤ ਹੈ, ਇੱਕ ਵਿਖ ਹੈ। ਵਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਸੰਸਾਰ ਰੂਪੀ ਰੁੱਖ ਨੂੰ ਦੋ ਫਲ ਲਾਏ ਨੇ ਮਾਲਕ ਪ੍ਰਭੂ ਨੇ। ਵਿਖ ਵੀ ਪੈਦਾ ਕੀਤਾ, ਅੰਮ੍ਰਿਤ ਵੀ ਪੈਦਾ ਕੀਤਾ। ਹੁਣ ਮਨੁੱਖ ਤੇਰੀ ਚੋਣ ਹੈ, ਤੂੰ ਕਿਹੜੀ ਚੋਣ ਜਿਹੜਾ ਇਹਨਾਂ ਵਿੱਚੋਂ ਕਰਨਾ ਚਾਹੁੰਦਾ? ਤੂੰ ਵਿਖ ਚੁਣਨਾ ਚਾਹੁੰਦਾ ਜਾਂ ਅੰਮ੍ਰਿਤ? ਤੇ ਬੰਦੇ ਨੂੰ ਜਾਚ ਹੈ ਨਹੀਂ ਹੈ, ਗੁਸਤਾਖੀ ਮਾਫ, ਬੰਦੇ ਨੂੰ ਸਮਝ ਨਹੀਂ ਹੈ ਵੀ ਵਿਖ ਚੁਣ ਲਵਾਂਗਾ ਤੇ ਆਤਮ ਮੌਤ ਹੈ, ਅੰਮ੍ਰਿਤ ਚੁਣ ਲਵਾਂਗਾ ਤਾਂ ਆਤਮਿਕ ਜੀਵਨ ਹੈ। ਮਨੁੱਖ ਨੂੰ ਇੱਥੇ ਸੋਚੀ ਨਾ ਹੋਣ ਕਰਕੇ, ਸਮਝ ਨਾ ਹੋਣ ਕਰਕੇ ਕਈ ਵਾਰੀ ਕੀ ਹੁੰਦਾ ਹੈ, ਅੰਮ੍ਰਿਤ ਕੋੜਾ ਵਿਖਿਆ ਮਿੱਠੀ। ਅੰਮ੍ਰਿਤ ਕੋੜਾ ਲੱਗਦਾ ਹੈ, ਵਿਖਿਆ ਮਿੱਠੀ ਲੱਗਦੀ ਹੈ। ਸਾਕਤ ਕੀ ਵਿਦ ਨੈਨੋ ਡਿਠੀ, ਸਾਕਤ ਦੀ ਵਿਦ ਜਿਹੜੀ ਹੈ, ਸਦੋਂ ਕਹਿੰਦੇ ਮੈਂ ਅੱਖਾਂ ਨਾਲ ਦੇਖੀ ਹੈ ਕਿ ਉਸਨੂੰ ਅੰਮ੍ਰਿਤ ਕੋੜਾ ਲੱਗਦਾ ਹੈ, ਵਿਖਿਆ ਮਿੱਠੀ ਲੱਗਦੀ ਹੈ। ਸੰਸਾਰ ਦੇ ਵਿੱਚ ਹੁਣ ਇਸ ਗੱਲ ਦੇ ਵਾਸਤੇ ਕਿ ਕਿਹੜਾ ਅੰਮ੍ਰਿਤ ਹੈ ਤੇ ਕਿਹੜਾ ਵਿਖ ਹੈ, ਕਿਹੜਾ ਦੁੱਖ ਹੈ ਤੇ ਕਿਹੜਾ ਸੁੱਖ ਹੈ, ਅਸਲ ਦੇ ਵਿੱਚ ਇਸ ਗੱਲ ਨੂੰ ਸਮਝਣ ਵਾਸਤੇ ਹੀ ਗੁਰੂ ਦੀ ਲੋੜ ਹੈ। ਗੁਰੂ ਨੇ ਨਿਵੇੜਾ ਕਰਨਾ ਹੈ ਵਿਖ ਕੀ ਹੈ ਤੇ ਅੰਮ੍ਰਿਤ ਕੀ ਹੈ। ਗੁਰੂ ਨੇ ਦੱਸਣਾ ਹੈ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਗੁਰੂ ਨੇ ਦੱਸਣਾ ਹੈ ਬੁਰਾਈਆਂ ਕੀ ਨੇ ਤੇ ਚੰਗਿਆਈਆਂ ਕੀ ਨੇ। ਕਿਉਂਕਿ ਮੇਰਾ ਮਨ ਹੈ, ਮੈਂ ਕਈ ਵਾਰੀ ਬੁਰਾਈਆਂ ਨੂੰ ਵੀ ਚੰਗਿਆਈਆਂ ਕਰਕੇ ਮਾਣਦਾ ਰਹਿੰਦਾ ਔਰ ਬਾਅਦ ਦੇ ਵਿੱਚ ਦੁਖੀ ਹੁੰਦਾ। ਬੁਰੇ ਕੰਮਾਂ ਨੂੰ ਕਈ ਵਾਰੀ ਮੇਰੀ ਸੁਰਤ ਸਹੀ ਸਮਝ ਲੈਂਦੀ ਹੈ, ਪਰ ਗੁਰੂ ਨੇ ਨਿਰਣਾ ਦੇ ਦੇਣਾ, ਗੁਰੂ ਨੇ ਸਮਝਾ ਦੇਣਾ, ਔਰ ਗੁਰੂ ਨੇ ਇਹ ਫੈਸਲਾ ਦੇ ਦੇਣਾ ਇਹ ਵਿਖ ਹੈ ਤੇ ਇਹ ਅੰਮ੍ਰਿਤ ਹੈ। ਔਰ ਜਦੋਂ ਇਹ ਸਮਝ ਵਿੱਚ ਆ ਜਾਏ, ਖਿਆਲ ਕਰਨਾ, ਫਿਰ ਮਨੁੱਖ ਜਿਹੜਾ ਹੈ ਉਹ ਵਿਖ ਤੋਂ ਬਚ ਜਾਂਦਾ ਹੈ, ਅੰਮ੍ਰਿਤ ਦਾ ਧਾਰਨੀ ਹੋ ਜਾਂਦਾ ਹੈ। ਫਿਰ ਇਹ ਦੁੱਖਾਂ ਦੀ ਅੱਗ ਉਸ ਨੂੰ ਨਹੀਂ ਲੱਗਦੀ। ਗੁਰੂ ਅਰਜਨ ਦੇਵ ਜੀ ਪਿਤਾ ਕਹਿਣ ਲੱਗੇ, ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਭੂਮ ਰੰਗਾਵਲੀ ਮੰਜ ਵਿਸੋਲਾ ਬਾਗ, ਜੋ ਜਨ ਪੀਰ ਨਿਵਾਜਿਆ, ਜੋ ਜਨ ਜੋ ਸੇਵਕ ਦਾ ਪੀਰ ਨਿਵਾਜਿਆ, ਪੀਰ ਨੇ ਵਡਿਆਇਆ ਹੋਇਆ ਹੈ। ਪੀਰ ਨੇ ਜਿਸ ਨੂੰ ਵਡਿਆਈ ਦੇ ਦਿੱਤੀ, ਗੁਰੂ ਨੇ ਜਿਸ ਨੂੰ ਵਡਿਆਈ ਦੇ ਦਿੱਤੀ, ਜਿਸ ਦੇ ਸਿਰ ਦੇ ਉੱਤੇ ਮੇਰੇ ਗੁਰੂ ਨੇ ਹੱਥ ਰੱਖ ਦਿੱਤਾ, ਤਾਂ ਫਿਰ ਸੱਚ ਜਾਣਨਾ ਮਾਰਗ ਕਹਿੰਦੇ, ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ, ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੈ। ਜਦ ਸਾਧੂ ਕਹਿੰਦੇ ਮੇਰੇ ਹੀਅਰ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲਬਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਜਨਮ ਜਨਮ ਦੇ ਕਿਲਬਿਖ ਦੁੱਖ ਉਤਰ ਗਏ, ਗੁਰੂ ਨੇ ਨਾਮ ਦੇ ਦਿੱਤਾ, ਪਾਪਾਂ ਤੋਂ ਚੜਿਆ ਹੋਇਆ ਕਰਜ਼ਾ ਲੱਥ ਗਿਆ। ਤੇ ਸੱਚ ਜਾਣਨਾ ਗੁਰੂ ਅਰਜਨ ਦੇਵ ਜੀ ਆਖਦੇ ਨੇ, ਜਿਹੜੇ ਮਨੁੱਖ ਨੂੰ, ਜਿਹੜੇ ਜਨ, ਜਿਹੜੇ ਭਗਤ ਸੇਵਕ ਨੂੰ ਮੇਰੇ ਗੁਰੂ ਨੇ ਨਿਵਾਜਿਆ ਹੈ, ਵਡਿਆਇਆ ਹੋਇਆ ਹੈ। ਕਹਿਣ ਲੱਗੇ ਤਿੰਨਾਂ ਅੰਚ ਨਾ, ਕਹਿੰਦੇ ਨੇ ਤਿੰਨਾਂ ਦਾ ਅਰਥ ਹੈ ਉਹਨਾਂ ਮਨੁੱਖਾਂ ਨੂੰ, ਉਸ ਸੇਵਕ ਨੂੰ। ਅੰਚ, ਅੰਚ ਦਾ ਅਰਥ ਹੈ ਸੇਕ, ਆਂਚ ਨਾ ਲਾਗ ਨਹੀਂ ਲੱਗਦੀ। ਇਹ ਦੁੱਖਾਂ ਦੀ ਜਿਹੜੀ ਅੱਗ ਹੈ ਨਾ, ਕਹਿੰਦੇ ਨੇ ਉਸ ਸੇਵਕ ਨੂੰ ਨਹੀਂ ਲੱਗਦੀ, ਉਹ ਸੇਕ ਨਹੀਂ ਲੱਗਦਾ ਜਿਸ ਮਨੁੱਖ ਨੂੰ ਗੁਰੂ ਨੇ ਉੱਚਾ ਕੀਤਾ ਹੋਇਆ ਹੈ, ਉਚਾਟ ਕਰ ਦਿੱਤਾ ਹੈ ਸੰਸਾਰ ਤੋਂ।
ਕਿਉਂਕਿ ਇਹ ਸੰਸਾਰ ਸੁੰਦਰ ਸੀ, ਪਰ ਮਨੁੱਖ ਨੇ ਇਸ ਸੰਸਾਰ ਦੇ ਵਿੱਚੋਂ ਅੰਮ੍ਰਿਤ ਚੁਣਿਆ ਹੀ ਕੋਈ ਨਹੀਂ, ਵਿਖ ਚੁਣਿਆ। ਗੁਰੂ ਨੂੰ ਤਾਂ ਹੀ ਕਹਿਣਾ ਪੈ ਗਿਆ ਨਾ ਕਿ ਬਾਬਾ ਵਿਖ ਦੇਖਿਆ ਸੰਸਾਰ, ਰੱਖਿਆ ਕਰੋ ਗੁਸਾਈ ਮੇਰੇ, ਮੈਂ ਨਾਮ ਤੇਰਾ ਆਧਾਰ। ਹੇ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ, ਮੈਂ ਤਾਂ ਵਿਖ ਦੇਖਿਆ ਸੰਸਾਰ ਦੇ ਵਿੱਚ ਲੋਕ ਵਿਖ ਦੇ ਮਗਰ ਹੀ ਲੱਗੇ ਹੋਏ ਨੇ, ਅੰਮ੍ਰਿਤ ਨੂੰ ਚੁਣ ਕੇ ਕੋਈ ਰਾਜੀ ਨਹੀਂ। ਦੇਖੋ ਮਨੁੱਖ ਦੀ ਇੱਕ ਹਾਲਤ ਹੈ, ਗੁਰਬਾਣੀ ਕਹਿੰਦੀ ਮਿੱਠਾ ਸਭ ਮੰਗੈ ਕੂੜਾ ਕੋਈ ਨਾ ਮੰਗੈ, ਸਭ ਮਿੱਠਾ ਮੰਗ ਦੇਖੇ ਖਸਮ ਭਾਵੇ ਸੋ ਕਰੇ। ਸੰਸਾਰ ਆਪਣੇ ਵੱਲੋਂ ਭਾਵੇਂ ਸੁੱਖ ਮੰਗਦਾ ਹੈ, ਦੁੱਖ ਕੋਈ ਵੀ ਨਹੀਂ ਮੰਗਦਾ। ਸਭ ਸੁੱਖ ਮੰਗ ਕੇ ਹਟ ਜਾਂਦੇ ਨੇ, ਪਰ ਫਿਰ ਵੀ ਦੁੱਖ ਮਿਲ ਰਿਹਾ। ਮੰਗ ਸੁੱਖ ਦੀ ਹੈ, ਫਿਰ ਦੁੱਖ ਕਿਉਂ ਹੈ? ਇਹਦਾ ਅਰਥ ਹੈ ਮੈਂ ਮੰਗ ਕੁਛ ਹੋ ਰਿਹਾ, ਕਰ ਕੁਛ ਹੋ ਰਿਹਾ, ਇਸ ਕਰਕੇ ਖਾ ਰਿਹਾ ਵਿਖ ਤੇ ਸੁੱਖ ਮੰਗ ਰਹੇ ਹਾਂ। ਇਹ ਖਿਆਲ ਬਾਬਾ ਜੀ ਨੇ ਪਿੱਛੇ ਦਿੱਤਾ ਸੀ ਕਿ ਜਿਹੜੇ ਲੋਕ ਵਿਜੋੜ ਦੀਆਂ ਦਾਖਾਂ ਚਾਹੁੰਦੇ ਹਨ ਤੇ ਉਹ ਕਿੱਕਰ ਬੀਜ ਕੇ ਪ੍ਰਾਪਤ ਨਹੀਂ ਹੋਣੀਆਂ। ਜਿਨ੍ਹਾਂ ਨੇ ਕਿੱਕਰ ਬੀਜੇ ਨੇ ਉਹਨਾਂ ਨੂੰ ਇਹ ਦਾਖਾਂ ਨਹੀਂ ਜੇ ਮਿਲਣੀਆਂ। ਜਿਨ੍ਹਾਂ ਨੇ ਵਿਕਾਰ ਹੀ ਬੀਜੇ ਨੇ, ਵਿਕਾਰਾਂ ਦੇ ਕੰਡੇ ਹੀ ਬੀਜੇ ਨੇ, ਤੇ ਉਹ ਕਹਿਣ ਕਿ ਸੁਖੀ ਜੀਵਨ ਮਿਲ ਜਾਏਗਾ, ਸੁੱਖ ਨਹੀਂ ਮਿਲਣਾ, ਦੁੱਖ ਹੀ ਦੁੱਖ ਮਿਲਣਾ ਹੈ। ਇਸ ਕਰਕੇ ਬਾਬਾ ਫਰੀਦ ਜੀ ਇੱਥੇ ਸਮਝਾ ਰਹੇ ਨੇ, ਕਹਿੰਦੇ ਨੇ ਜਿਸ ਵਿੱਚ ਦੁੱਖਾਂ ਦੀ ਅੱਗ ਬਲ ਰਹੀ ਹੈ ਸੰਸਾਰ ਦੇ ਅੰਦਰ, ਭਾਵੇਂ ਧਰਤੀ ਬੜੀ ਸੁਹਾਵਣੀ ਹੈ, ਪਰ ਜਿਹੜੇ ਮਨੁੱਖ ਦੇ ਉੱਤੇ ਸਤਿਗੁਰ ਆਪਣਾ ਕਿਰਪਾ ਹੱਥ ਰੱਖ, ਮਨੁੱਖ ਨੂੰ ਜਿਸ ਮਨੁੱਖ ਨੂੰ ਸਤਿਗੁਰ ਉੱਚਾ ਕਰ ਦਿੰਦਾ ਹੈ, ਪੀਰ ਉੱਚਾ ਕਰ ਦਿੰਦਾ ਹੈ, ਤੇ ਉਸ ਮਨੁੱਖ ਨੂੰ, ਉਹਨਾਂ ਮਨੁੱਖਾਂ ਨੂੰ ਦੁੱਖਾਂ ਦਾ ਇਹ ਛੇਕ ਨਹੀਂ ਲੱਗਦਾ। ਦੁੱਖ ਤਾਂ ਹੈਗੇ ਨੇ। ਦੇਖੋ ਜਿਨ੍ਹਾਂ ਨੂੰ ਉੱਚਾ ਕਰ ਦਿੱਤਾ, ਕਿ ਮਤੀ ਦਾਸ ਜੀ ਨੂੰ ਆਰਾ ਚਲਵਾਉਣਾ ਕੋਈ ਸੌਖਾ ਸੀ? ਨਹੀਂ, ਪਰ ਇਹ ਸੇਕ ਐਡਾ ਵੱਡਾ ਸੇਕ ਸਾਰ ਗਿਆ। ਬੀਬੀਆਂ ਨੇ ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਗਲਾਂ ਵਿੱਚ ਹਾਰ ਪਵਾ ਲਿਆ ਕਿ ਇਹ ਦੁੱਖ ਥੋੜਾ ਸੀ, ਇਹ ਸੇਕ ਕਿਤੇ ਘੱਟ ਸੀ। ਮਾਵਾਂ ਦੀ ਹਾਲਤ ਤਾਂ ਦੇਖੋ, ਬੱਚੇ ਨੂੰ ਜੇ ਬੁਖਾਰ ਚੜ੍ਹ ਜਾਏ ਪੂਰੀ ਰਾਤ ਉਹ ਬੱਚੇ ਦੇ ਕੋਲ ਬੈਠੀਆਂ ਰਹਿੰਦੀਆਂ ਹਨ, ਸਿਰ ਤੇ ਪੱਟੀਆਂ ਕਰਦੀਆਂ ਰਹਿੰਦੀਆਂ ਹਨ, ਕਿਤੇ ਮੇਰੇ ਬੱਚੇ ਦਾ ਬੁਖਾਰ ਠੀਕ ਹੋ ਜਾਏ। ਤੇ ਉਹ ਵੀ ਬੀਬੀਆਂ ਨੇ ਕਿ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਾ ਲਏ, ਸੀ ਤੱਕ ਨਾ ਕੀਤੀ। ਆਓ ਕਿ ਜਿਸ ਮਨੁੱਖ ਨੂੰ ਸਤਿਗੁਰ ਨੇ ਉੱਚਾ ਕਰ ਦਿੱਤਾ ਨਾ, ਜਿਹਦੀ ਵਿਚਾਰਧਾਰਾ ਨੂੰ, ਜਿਸ ਦੇ ਮਤ ਨੂੰ, ਜਿਸ ਦੇ ਜੀਵਨ ਨੂੰ ਉੱਚਾ ਕਰ ਦਿੱਤਾ, ਤੇ ਗੁਰੂ ਅਰਜਨ ਦੇਵ ਜੀ ਪਿਤਾ ਕਰਨ ਲੱਗੇ ਫਰੀਦ ਜੀ, ਉਹਨਾਂ ਨੂੰ ਫਿਰ ਦੁੱਖ ਅਗਨ ਦਾ ਇਹ ਸੇਕ ਨਹੀਂ ਲੱਗਦਾ। ਨਹੀਂ ਤਾਂ ਦੁੱਖ ਅਗਨ ਦਾ ਸੇਕ ਸਾਰੇ ਸੰਸਾਰ ਨੂੰ ਚੱਲਣਾ ਪੈ ਰਿਹਾ ਹੈ, ਸਾਰਾ ਸੰਸਾਰ ਹੀ ਦੁਖੀ ਹੋ ਜਾਂਦਾ ਹੈ, ਪਰ ਉਹਨਾਂ ਦੀ ਸੁਰਤ ਦੁਖੀ ਨਹੀਂ ਹੁੰਦੀ ਜਿਨ੍ਹਾਂ ਦੀ ਸੁਰਤ ਗੁਰੂ ਨੇ ਉੱਚੀ ਕਰ ਦਿੱਤੀ। ਇਸ ਤਰ੍ਹਾਂ ਸਮਝ ਲਈਏ ਇਸ ਨੂੰ। ਫਿਰ ਕਹਿੰਦੇ ਨੇ ਮਹਿਲਾ ਪੰਜਵਾਂ, ਫਰੀਦਾ ਉਮਰ ਸੁਹਾਵੜੀ, ਸੰਗ ਸੁਬੰਧੜੀ ਦੇਹ, ਵਿਰਲੇ ਕਈ ਪਾਈਐ ਜਿਨ੍ਹਾਂ ਪਿਆਰੇ ਨੇ। ਹੇ ਫਰੀਦ, ਉਹਨਾਂ ਬੰਦਿਆਂ ਦੀ ਜ਼ਿੰਦਗੀ ਸੌਖੀ ਹੈ। ਉਮਰ ਸੁਹਾਵੜੀ, ਉਮਰ ਦਾ ਅਰਥ ਹੈ ਜ਼ਿੰਦਗੀ, ਸੁਹਾਵੜੀ ਦਾ ਅਰਥ ਹੈ ਸੌਖੀ ਹੈ। ਸੰਗ ਸੁਬੰਧੜੀ ਦੇ, ਸਰੀਰ ਵੀ ਸੋਹਣੇ ਰੰਗ ਵਾਲਾ ਹੈ, ਆਓ ਰੰਗ ਰਹਿਤ ਦੇਹੀ ਉਹਨਾਂ ਦੀ ਚੰਗੀ ਹੈ, ਸੁਬੰਧੜੀ ਹੈ, ਰੰਗ ਸੁਬੰਨੀ ਹੈ, ਸੋਹਣੇ ਰੰਗ ਵਾਲੀ ਹੈ। ਕਹਿੰਦੇ ਵਿਰਲੇ ਕਈ ਪਾਈ ਹੈ ਜਿਨ੍ਹਾਂ ਪਿਆਰੇ ਨੇ, ਪਰ ਜਿਨ੍ਹਾਂ ਪਿਆਰੇ ਪਰਮਾਤਮਾ ਦੇ ਨਾਲ ਨੇ ਹੈ ਸਨੇ, ਉਹ ਵਿਰਲੇ ਵਿਰਲੇ ਮਨੁੱਖ ਜਿਹੜੇ ਨੇ ਉਹ ਇਸ ਨੂੰ ਪ੍ਰਾਪਤ ਕਰਦੇ ਹਨ। ਪਾਓ ਕਿ ਵਸੂਲਾ ਬਾਗ ਤੇ ਦੁੱਖ ਅਗਨੀ ਉਹਨਾਂ ਨੂੰ ਛੋ ਨਹੀਂ ਸਕਦੇ। ਅਜਿਹੇ ਬੰਦੇ ਕੋਈ ਵਿਰਲੇ ਵਿਰਲੇ ਹਨ ਜਿਨ੍ਹਾਂ ਦਾ ਪਰਮਾਤਮਾ ਦੇ ਨਾਲ ਸਨੇ ਬਣ ਗਿਆ, ਪਰਮਾਤਮਾ ਦੇ ਨਾਲ ਪਿਆਰ ਬਣ ਗਿਆ, ਤੇ ਇਹ ਜਿਹੜਾ ਵਸੂਲਾ ਬਾਗ ਹੈ, ਵਿਸ ਭਰਿਆ ਬਾਗ ਹੈ, ਤੇ ਦੁੱਖ ਅਗਨੀ ਦਾ ਜਿਹੜਾ ਸੇਕ ਹੈ ਨਾ, ਉਹਨਾਂ ਨੂੰ ਨਹੀਂ ਛੁੰਦਾ। ਨਾ ਤੇ ਸੰਸਾਰ ਰੂਪੀ ਜਿਹੜਾ ਵਿਖ ਪੈਦਾ ਕੀਤਾ ਹੈ, ਨਾ ਤੇ ਇਹ ਉਸ ਵਿਖ ਦੇ ਧਾਰਨੀ ਬਣਦੇ ਨੇ, ਨਾ ਇਸ ਸੰਸਾਰ ਦੇ ਦੁੱਖ ਦਾ ਛੇਕ ਉਹਨਾਂ ਨੂੰ ਲੱਗਦਾ। ਜਿਹੜੇ ਗੁਰੂ ਚਰਨਾਂ ਨਾਲ ਜੁੜ ਜਾਂਦੇ ਹਨ, ਪਰਮਾਤਮਾ ਪ੍ਰਭੂ ਨਾਲ ਆਪਣਾ ਸਨੇਹ ਬਣਾ ਲੈਂਦੇ ਹਨ, ਪਿਆਰੇ ਪ੍ਰਭੂ ਦੇ ਨਾਲ ਜਿਨ੍ਹਾਂ ਦਾ ਪਿਆਰ ਬਣ ਗਿਆ ਹੈ, ਉਹ ਮਨੁੱਖ ਬਚ ਜਾਂਦੇ ਨੇ ਜਿਨ੍ਹਾਂ ਨੂੰ ਗੁਰਬਾਣੀ ਨੇ ਕਿਹਾ ਜਿਨ ਕੇ ਚੋਲੇ ਰਤੜੇ ਪਿਆਰੇ ਕੰਧ ਤਿਨਾ ਕੇ ਪਾਸ, ਜਿਨ੍ਹਾਂ ਦੇ ਚੋਲੇ ਰੱਤੇ ਗਏ। ਪਰ ਹੈਨ ਬਿਰਲੇ ਨਹੀਂ ਕਹਨੇ ਫੈਲ ਫੱਕੜ ਸੰਸਾਰ, ਐਸੇ ਰੱਬ ਦੇ ਪਿਆਰੇ ਬੜੇ ਘੱਟ ਨੇ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਬਿਰਲਾ ਬੁਝੇ। ਕੋਈ ਹੈਨ ਬਿਰਲੇ ਬਿਰਲੇ ਹੋ,
ਜਿਨ੍ਹਾਂ ਨੇ ਇਸ ਮਾਇਆ ਨੂੰ ਬੁੱਝ ਲਿਆ, ਜਿਨ੍ਹਾਂ ਨੂੰ ਇਹ ਸੋਝੀ ਆ ਗਈ ਹੈ ਆਤਮਿਕ ਜੀਵਨ ਦੀ, ਜਿਨ੍ਹਾਂ ਨੇ ਇਸ ਦੁੱਖ ਨੂੰ ਸਮਝ ਲਿਆ, ਇਸ ਵਿਸ਼ ਨੂੰ ਜਿਸਨੇ ਸਮਝ ਲਿਆ, ਜਿਹੜੇ ਉੱਚੇ ਚੜ੍ਹ ਕੇ ਗਿਆਨ ਦੇ ਟਿੱਬੇ 'ਤੇ ਚੜ੍ਹ ਕੇ ਜਿਨ੍ਹਾਂ ਨੇ ਵੇਖਿਆ ਕਿ ਮੈਂ ਹੀ ਦੁਖੀ ਨਹੀਂ ਹਾਂ, ਮੈਂ ਆਪਣੇ ਆਪ ਨੂੰ ਦੁਖੀ ਸਮਝਦਾ ਰਹਿੰਦਾ ਸੀ, ਮੈਨੂੰ ਹੀ ਦੁੱਖ ਹੈ, ਮੈਨੂੰ ਹੀ ਦੁੱਖ ਹੈ, ਮੈਨੂੰ ਹੀ ਦੁੱਖ ਹੈ। ਹੁਣ ਪਤਾ ਚੱਲਿਆ ਸੰਸਾਰ ਦੇ ਵਿੱਚ ਘਰ ਘਰ ਇਹੀ ਅੱਗ ਲੱਗੀ ਹੋਈ ਹੈ, ਸੰਸਾਰ ਵਿੱਚ ਇਹੀ ਦੁੱਖ ਵਾਪਰ ਰਹੇ ਨੇ। ਪਰ ਹੁਣ ਸਮਝ ਆ ਗਈ ਹੈ, ਹੁਣ ਸੋਝੀ ਆ ਗਈ ਹੈ। ਜਦੋਂ ਗੁਰੂ ਚਰਨਾਂ ਦਾ ਆਸਰਾ ਲਿਆ, ਗੁਰੂ ਨੇ ਜਦੋਂ ਸੁਰਤ ਨੂੰ ਉੱਚਾ ਕਰ ਦਿੱਤਾ, ਫਿਰ ਸੱਚ ਜਾਣਨਾ, ਫਿਰ ਇਹ ਦੁੱਖਾਂ ਦੀ ਸੇਕ ਉਹਨਾਂ ਨੂੰ ਨਹੀਂ ਲੱਗਦੀ। ਫਿਰ ਉਹ ਤਾਂ ਦੁੱਖਾਂ ਨੂੰ ਵੀ ਕਹਿ ਦਿੰਦੇ ਦਾਤਾ ਤੇਰੀ ਦਾਤ ਹੈ, ਕੀਤੀਆਂ ਦੁੱਖ ਭੋਗ ਸਦਮਾਰ, ਇਹ ਭੇ ਦਾਤ ਤੇਰੀ ਦਾਤਾ। ਐਡੇ ਉੱਚੇ ਹੋ ਜਾਂਦੇ ਹੋ ਵੀ ਇਹ ਦੁੱਖ ਤੇ ਭੁੱਖ ਹੈ ਦਾਤਾ, ਇਹ ਵੀ ਤੇਰੀ ਦਾਤ ਹੈ। ਉਸ ਨੂੰ ਸਾਰ ਲੈਂਦੇ ਨੇ, ਇਸ ਨੂੰ ਸਮਝ ਲੈਂਦੇ ਨੇ। ਪਰ ਅਜੇ ਬੰਦੇ ਹੈ ਬਿਰਲੇ ਬਿਰਲੇ, ਜ਼ਿਆਦਾ ਨਹੀਂ ਹਨ ਜਿਹੜੇ ਸੰਸਾਰ ਦੇ ਇਸ ਦੁੱਖ ਤੋਂ ਉਚਾਟ ਹੋ ਜਾਂਦੇ ਨੇ। ਨਹੀਂ ਤਾਂ ਸੰਸਾਰ ਵਿੱਚ ਹਰ ਇੱਕ ਮਨੁੱਖ ਦੀ ਸੁਰਤ, ਥੋੜ੍ਹੀ ਜਿਹੀ ਕੋਈ ਗੱਲ ਵਾਪਰੀ ਨੂੰ ਉਸ ਵੇਲੇ ਬੰਦਾ ਦੁਖੀ ਹੋ ਜਾਂਦਾ, ਮੱਥੇ ਤੇ ਤੂੜੀਆਂ, ਦੁਖੀ, ਪਰੇਸ਼ਾਨ, ਛੋਟੀ ਛੋਟੀ ਗੱਲਾਂ ਤੋਂ। ਛੋਟੀ ਛੋਟੀ ਗੱਲਾਂ ਜਦੋਂ ਬੰਦੇ ਨੂੰ ਪ੍ਰਭਾਵਿਤ ਕਰ ਰਹੀਆਂ ਨੇ, ਗੁੱਸਾਖੀ ਮਾਫ਼ ਕਰਨਾ, ਸਮਝ ਲੈਂਦਾ ਅਜੇ ਸੁਰਤ ਵਿੱਚ ਨਾਮ ਨਹੀਂ ਟਿਕਿਆ, ਅਜੇ ਗੁਰੂ ਸਾਹਿਬ ਦੀ ਬਾਣੀ ਹਿਰਦੇ 'ਚ ਨਹੀਂ ਟਿਕੀ, ਅਜੇ ਨਾਮ ਹਿਰਦੇ 'ਚ ਟਿਕਿਆ ਨਹੀਂ, ਟਿਕਾਣਾ ਨਹੀਂ ਹੋਇਆ, ਨਾਮ ਦਾ ਵਾਸਾ ਨਹੀਂ ਹੋਇਆ। ਗੁਰੂ ਕਿਰਪਾ ਕਰੇ ਪਿਆਰ ਵਾਲਿਓ, ਕਿਤੇ ਸਾਡੇ ਹਿਰਦੇ ਵਿੱਚ ਨਾਮ ਦਾ ਵਾਸਾ ਹੋ ਜਾਵੇ, ਇਹ ਜ਼ਿੰਦਗੀ ਸਾਡੀ ਸੌਖੀ ਹੋ ਜਾਏ ਅਤੇ ਸਰੀਰ ਵੀ ਸੋਹਣੇ ਰੰਗ ਵਾਲਾ ਹੋ ਜਾਏ। ਆਓ ਕਿ ਸੰਸਾਰ ਦੇ ਰੋਗ ਤੋਂ ਰਹਿਤ ਹੋ ਜਾਏ ਔਰ ਪਰਮਾਤਮਾ ਦੇ ਨਾਲ ਸਾਡਾ ਪਿਆਰ ਜਿਹੜਾ ਹੈ ਉਹ ਬਣਿਆ ਰਵੇ। ਇਹ ਅਰਦਾਸ ਕਰੋ ਵੀ ਸੱਚੇ ਪਾਤਸ਼ਾਹ ਵੀ ਇੱਕ ਕਿਰਪਾ ਕਰੀ ਆਪਣੀ ਕਿ ਸਿਰ 'ਤੇ ਆਰਾ ਚੱਲ ਜਾਏ ਪ੍ਰਵਾਨ ਹੈ, ਪਰ ਤੇਰੀ ਪਿੱਠ ਨਹੀਂ ਹੋਣੀ ਚਾਹੀਦੀ, ਤੇਰਾ ਪਿਆਰ ਨਹੀਂ ਟੁੱਟਣਾ ਚਾਹੀਦਾ। ਜਿਵੇਂ ਕਬੀਰ ਸਾਹਿਬ ਨੇ ਆਖਿਆ ਨਾ, ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹੋਮ ਵਾਰੀ ਮੁਖ ਫੇਰ ਪਿਆਰੇ, ਕਰਵਤ ਦੇ ਮੋਕੋ ਕਾਹੇ ਕੋ ਮਾਰੇ। ਪਿੱਠ ਦੇ ਕੇ ਕਿਉਂ ਮਾਰਨਾ? ਕਿਰਪਾ ਕਰ ਵੀ ਤੂੰ ਮੇਰੇ ਵੱਲ ਮੁਖ ਕਰ। ਉਹ ਇਸ ਕਰਕੇ ਸੰਸਾਰ ਨੂੰ ਜਦੋਂ ਧਿਆਨ ਨਾਲ ਤੱਕੋਗੇ, ਸੰਸਾਰ ਇਹਨਾਂ ਦੁੱਖਾਂ ਦੀ ਸੇਕ ਤੋਂ ਬਚਣ ਵਾਸਤੇ ਬਹੁਤ ਸਾਰੇ ਮਿੱਤਰ ਕਰਦਾ। ਗੁਰਬਾਣੀ ਨੇ ਇਹ ਵੀ ਦੱਸ ਦਿੱਤਾ, ਮਿੱਤਰ ਘਨੇਰੇ ਕਰ ਥਕੀ, ਮੇਰਾ ਦੁੱਖ ਘੱਟ ਹੈ ਕੋਏ। ਮੈਂ ਸੋਚਿਆ ਸ਼ਾਇਦ ਇਹ ਬੰਦਾ ਦੁੱਖ ਕੱਢ ਦੇਗਾ, ਇਹ ਦੁੱਖ ਕੱਢ ਦੇਗਾ, ਮੈਂ ਬਹੁਤ ਸਾਰੇ ਮਿੱਤਰ ਬਣਾ ਲਏ। ਮਿੱਤਰ ਘਨੇਰੇ ਕਰ ਥਕੀ, ਮੇਰਾ ਦੁੱਖ ਘੱਟ ਹੈ ਕੋਏ, ਮਿਲ ਪ੍ਰੀਤਮ ਦੁੱਖ ਕੱਟਿਆ, ਸਹਿਜ ਮਿਲਾਵਾ ਹੋਏ। ਪਰ ਜੋ ਦੁੱਖ ਕੱਟਿਆ ਕਦੋਂ? ਜਦੋਂ ਆਪਣੇ ਪ੍ਰੀਤਮ ਨਾਲ ਮਿਲ ਗਈ, ਪਿਆਰੇ ਨਾਲ ਮਿਲ ਗਈ, ਤਾਂ ਉਸ ਵੇਲੇ ਦੁੱਖ ਕੱਟਿਆ ਗਿਆ ਅਤੇ ਸਹਿਜ ਵਿੱਚ ਟਿਕ ਕੇ ਮੇਰਾ ਉਸ ਪ੍ਰਭੂ ਨਾਲ ਮਿਲਾਪ ਹੋ ਗਿਆ। ਮਿੱਤਰ ਸੰਸਾਰ ਜਿਤਨੇ ਮਰਜ਼ੀ ਬਣਾ ਲਈਏ, ਦੁੱਖ ਜੇ ਕੋਈ ਕੱਟ ਸਕਦਾ ਤੇ ਇੱਕੋ ਹੀ ਮਿੱਤਰ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਇੱਕੋ ਹੀ ਮਿੱਤਰ ਹੈ ਜਿਹੜਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਰਚੇਤਾ ਪਾਓ, ਜਿਸ ਤੋਂ ਬਾਣੀ ਆਈ ਹੈ ਪ੍ਰਭੂ ਪਰਮਾਤਮਾ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਉਹ ਖਸਮ ਹੀ ਹੈ, ਇਹ ਖਸਮ ਦੀ ਬਾਣੀ ਹੈ, ਗੁਰੂ ਰੂਪ ਦੇ ਵਿੱਚ ਸਾਡੇ ਸਾਹਮਣੇ ਹੈ। ਅਸੀਂ ਇਸ ਬਾਣੀ ਨੂੰ ਗੁਰੂ ਜਾਣ ਕੇ ਇਹਦਾ ਸਤਿਕਾਰ ਕਰਨਾ, ਇਸ ਗੁਰੂ ਦੇ ਨਾਲ ਜੁੜਨਾ ਹੈ। ਇਸ ਬਾਣੀ ਨਾਲ ਜੁੜਾਂਗੇ, ਇਸ ਬਾਣੀ ਨੇ ਉੱਥੇ ਲੈ ਜਾਣਾ ਜਿੱਥੋਂ ਇਹ ਬਾਣੀ ਆਈ ਹੈ। ਜਿਵੇਂ ਸਿਆਣੇ ਕਹਿੰਦੇ ਨੇ ਨਾ ਕਿ ਹੁਮਾ ਪੰਛੀ ਜਿਹੜਾ ਹੈ ਨਾ, ਉਹ ਹੁਮਾ ਪੰਛੀ ਆਕਾਸ਼ 'ਚ ਉੱਡਦਾ ਪੂਰੀ ਜ਼ਿੰਦਗੀ। ਜਿਸ ਦਿਨ ਉਸਦੀ ਮੌਤ ਹੁੰਦੀ ਹੈ, ਉਹ ਧਰਤੀ 'ਤੇ ਆ ਜਾਂਦਾ, ਧਰਤੀ ਵਿੱਚ ਆਪਣੇ ਪੰਖ ਖਿਲਾਰ ਦਿੰਦਾ ਸਾਰੇ। ਉੱਥੇ ਆ ਕੇ ਉਹ ਜਦੋਂ ਪ੍ਰਾਣ ਤਿਆਗਦਾ, ਉਹਦੇ ਵਿੱਚ ਇੱਕ ਹੋਰ ਹੁਮਾ ਪੰਛੀ ਦਾ ਜਨਮ ਹੁੰਦਾ ਅਤੇ ਉਹ ਉੜ ਜਾਂਦਾ ਉੱਪਰ ਆਕਾਸ਼ 'ਚ। ਉਹ ਜਦੋਂ ਤੱਕ ਨਹੀਂ ਮਰਦਾ ਅਤੇ ਉੜਦਾ ਰਹਿੰਦਾ। ਸਿਆਣੇ ਕਹਿੰਦੇ ਨੇ ਉਹ ਹੁਮਾ ਪੰਛੀ ਜਿਹੜਾ ਮਰਿਆ ਸੀ, ਉਸ ਹੁਮਾ ਪੰਛੀ ਦੇ ਜਿਹੜੇ ਪੰਖ ਨੇ, ਉਹਨਾਂ ਪੰਖਾਂ ਦੇ ਨਾਲ ਜੇ ਤੀਰ ਬੰਨ੍ਹ ਕੇ ਛੱਡ ਦਈਏ ਅਤੇ ਜਿੱਥੇ ਹੁਮਾ ਪੰਛੀ ਉੱਡ ਰਿਹਾ ਹੁੰਦਾ, ਉਹ ਪੰਖ ਜਿਹੜਾ ਉਸ ਤੀਰ ਨੂੰ ਉੱਥੇ ਲੈ ਜਾਂਦਾ ਹੈ। ਸੱਚ ਜਾਣਨਾ, ਇਹ ਬਾਣੀ ਜਿਹੜੀ ਹੈ ਅਕਾਲ ਪੁਰਖ ਦੇ ਘਰੋਂ ਆਈ ਹੈ। ਜਿਹੜਾ ਆਪਣੀ ਸੁਰਤ ਨੂੰ ਇਸ ਬਾਣੀ ਨਾਲ ਜੋੜ ਦੇਵੇਗਾ, ਇਹ ਬਾਣੀ ਅਕਾਲ ਪੁਰਖ ਦੇ ਘਰ ਲੈ ਜਾਏਗੀ, ਖਸਮ ਦੇ ਘਰ ਲੈ ਜਾਏਗੀ। ਔਰ ਜਿਹੜਾ ਖਸਮ ਦੇ ਘਰ ਪਹੁੰਚ ਗਿਆ ਨਾ, ਉਹ ਫਿਰ ਕਦੀ ਦੁਖੀ ਨਹੀਂ ਹੋਏਗਾ। ਉਸ ਨੂੰ ਸੰਸਾਰ ਦੇ ਵਿੱਚ ਉਹ ਕਹੇਗਾ, ਮਹਾਰਾਜ ਦੁੱਖ ਨਾ ਹੀ ਸਭ ਸੁਖ ਹੀ ਹੈ ਰੇ, ਹਾਰ ਨਹੀਂ ਸਭ ਜੇਤਾ ਹੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਇੱਕ ਹੀ ਇੱਕ ਹੈ ਨੇਤਾ। ਉਹ ਫਿਰ ਕਹੇਗਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਗੁਰੂ ਕਿਰਪਾ ਕਰੇ, ਐਸੀ ਕਿਰਪਾ ਸਾਡੇ ਉੱਤੇ ਵੀ ਬਣ ਜਾਏ
ਕਿ ਅਸੀਂ ਦੁੱਖ ਦੇ ਵਿੱਚ ਘਬਰਾਈਏ ਨਾ, ਦੁਖੀ ਨਾ ਹੋਈਏ, ਤੇ ਸੁਖ ਨਾਲ ਸਨੇਹ ਨਾ ਕਰੀਏ। ਔਰ ਦੁੱਖ ਨਾ ਹੀ ਸਭ ਸੁਖੀ ਹੈ ਰੇ, ਇਸ ਬਚਨ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕਮਾ ਕੇ ਔਰ ਬਾਬਾ ਫਰੀਦ ਜੀ ਦੇ ਇਹਨਾਂ ਬਚਨਾਂ ਦੀ ਆਪਾਂ ਵਿਚਾਰ ਕਰਕੇ ਜੀਵਨ ਦੇ ਵਿੱਚ ਉੱਚੇ ਹੋਈਏ, ਸੱਚ ਨੂੰ ਸਮਝੀਏ ਔਰ ਇਸ ਸੰਸਾਰ ਦੇ ਦੁੱਖ ਤੋਂ ਘਬਰਾਈਏ ਨਾ। ਔਰ ਇਹ ਨਾ ਸਮਝੀਏ ਕੇਵਲ ਮੈਂ ਹੀ ਦੁਖੀ ਹਾਂ, ਮੈਂ ਹੀ ਪਰੇਸ਼ਾਨ ਹਾਂ, ਬਾਕੀ ਸਭ ਸੁਖੀ ਨੇ। ਨਹੀਂ, ਸਾਰਾ ਸੰਸਾਰ ਹੀ ਭਾਈ ਦੁਖੀ ਹੈ। ਉਦੋਂ ਸੁਖੀ ਹੋਵਾਂਗੇ ਜਦੋਂ ਸੁਖ ਦੇ ਦਾਤੇ ਨਾਲ ਜੁੜ ਜਾਵਾਂਗੇ। ਜਿਹੜਾ ਦਾਤਾ ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਤਾਕੀ ਸਰਨੀ ਪਾਈਐ, ਦਰਸ਼ਨ ਭੇਟਤ ਹੋਤ ਆਨੰਦਾ। ਦੁਖ ਗਿਆ ਹਰ ਗਾਈਐ, ਹਰ रस पीवो भाई, नाम जपो नामो आराधो, गुरपुरे की सरनाई। इतने वचन प्रवान। मेरिया भुल्लां मेरी झोली विच, गुरु के वचन हिरदे विच वसाना फतेह दिसान करो। आखो जी वाहिगुरु जी का खालसा, वाहिगुरु जी की फतेह। वाहिगुरु साहब जी। डंडोत बंधन अनकवारो, सर्व कला समर्थ।